ਹੈਲੋ ਸਟੂਡੈਂਟਸ, ਸੀ ਲੈਂਗੁਏਜ ਦੇ ਵਿੱਚ ਅਸੀਂ ਕਰ ਰਹੇ ਸੀ ਕੰਟਰੋਲ ਸਟੇਟਮੈਂਟ, ਜਿਸ ਦੇ ਵਿੱਚ ਸਾਡਾ ਟੌਪਿਕ ਸੀ ਜੰਪਿੰਗ ਸਟੇਟਮੈਂਟਸ ਇਨ ਸੀ। ਜੰਪਿੰਗ ਸਟੇਟਮੈਂਟਸ ਤਿੰਨ ਤਰ੍ਹਾਂ ਦੀਆਂ ਨੇ: ਬ੍ਰੇਕ, ਕੰਟੀਨਿਊ ਐਂਡ ਗੋ ਟੂ। ਜਿਸ ਦੇ ਵਿੱਚੋਂ ਬ੍ਰੇਕ ਅਸੀਂ ਪਿਛਲੀ ਵੀਡੀਓ ਦੇ ਵਿੱਚ ਕਵਰ ਕਰਤੀ ਤੇ ਹੁਣ ਅਸੀਂ ਕਵਰ ਕਰਨ ਜਾ ਰਹੇ ਹਾਂ ਕੰਟੀਨਿਊ ਸਟੇਟਮੈਂਟ ਇਨ ਸੀ ਲੈਂਗੁਏਜ। Continuous statement interrupt or change the flow of control during the execution of the program. Continuous statement ਵੀ ਬ੍ਰੇਕ ਵਾਂਗੂ ਜਿਹੜਾ ਤੁਹਾਡੇ ਪ੍ਰੋਗਰਾਮ ਦਾ ਨਾਰਮਲ ਫਲੋ ਹੈ ਉਸ ਨੂੰ ਇੰਟਰਪਟ ਕਰਦੀ, ਮੀਨਸ ਉਸ ਦੇ ਵਿੱਚ ਕੁਝ ਚੇਂਜਸ ਲੈ ਕੇ ਆਉਂਦੇ, ਤੁਸੀਂ ਆਪਣੀ ਮਰਜ਼ੀ ਨਾਲ ਕੰਟਰੋਲ ਕਰਦੇ ਹੋ ਪ੍ਰੋਗਰਾਮ ਦੇ ਫਲੋ ਨੂੰ। Continue is mostly used in loops. Rather than terminating the loop, it skip statement below it and take the control to the next iteration of the loop. ਇੱਥੇ ਇਸ ਲਾਈਨ ਦਾ ਮੀਨਿੰਗ ਬਹੁਤ ਇੰਪੋਰਟੈਂਟ ਹੈ ਸਮਝਣ ਦੇ ਲਈ ਕਿ ਤੁਸੀਂ ਕੋਈ ਲੂਪ ਲਗਾਇਆ ਹੋਇਆ ਹੈਗਾ। ਸਪੋਜ਼ ਆਪਾਂ ਵਾਈਲ ਲੂਪ ਲਗਾਇਆ ਹੈਗਾ ਜਿਸ ਦੀ ਕੀ ਕੰਡੀਸ਼ਨ ਹੈ a< = 10। ਫਿਰ ਤੁਸੀਂ ਇੱਥੇ ਨੀਚੇ ਕੋਈ ਸਟੇਟਮੈਂਟਸ ਪ੍ਰਿੰਟ ਕਰਵਾ ਰਹੇ ਹੋ ਤੇ ਇੱਥੇ ਵੀ ਤੁਸੀਂ ਕੋਈ ਕੰਡੀਸ਼ਨ ਦਿੱਤੀ ਇਫ a = 5 ਦੈਨ ਕੰਟੀਨਿਊ, ਤੇ ਨੀਚੇ ਕੁਝ ਪ੍ਰਿੰਟ ਕਰਵਾ ਰਹੇ ਹੋ, ਨੀਚੇ ਹੋਰ ਸਟੇਟਮੈਂਟਸ ਨਹੀਂ। ਤਾਂ ਜਿੱਥੇ ਬ੍ਰੇਕ ਕੀ ਕਰਦਾ ਸੀ, ਬ੍ਰੇਕ ਡਾਇਰੈਕਟ ਬਾਹਰ ਲਿਆਉਂਦਾ ਸੀ ਲੂਪ ਤੋਂ, ਉੱਪਰ ਵਾਲੀ ਕੰਡੀਸ਼ਨ ਟਰੂ ਹੁੰਦੀ ਜਾਂ ਫਾਲਸ ਹੁੰਦੀ ਉਹ ਚੈੱਕ ਨਹੀਂ ਸੀ ਕਰਦਾ। ਮੀਨਸ ਕਿ ਉਸ ਤੋਂ ਬਾਅਦ ਜੇਕਰ ਲੂਪ ਨੇ ਐਗਜ਼ੀਕਿਊਟ ਹੋਣਾ ਵੀ ਹੁੰਦਾ ਸੀ ਤਾਂ ਵੀ ਬ੍ਰੇਕ ਬਾਹਰ ਲਿਆਉਂਦਾ ਸੀ, ਲੂਪ ਨੂੰ ਖਤਮ ਕਰਦਾ ਸੀ, ਟਰਮੀਨੇਟ ਕਰਦਾ ਸੀ। ਬਟ ਕੰਟੀਨਿਊ ਦੇ ਕੇਸ ਦੇ ਵਿੱਚ ਕੀ ਹੈ, ਆਪਾਂ ਕੀ ਪੜ੍ਹਿਆ ਕਿ ਸਕਿਪ ਕਰਦਾ ਸਟੇਟਮੈਂਟਸ ਨੂੰ, ਬਟ ਨੈਕਸਟ ਇਟਰੇਸ਼ਨ ਜ਼ਰੂਰ ਚਲਾਉਂਦਾ। ਮਤਲਬ ਕਿ ਇੱਕ ਵਾਰ ਜਿੱਥੇ ਵੀ ਕੰਟੀਨਿਊ ਦੀ ਕੰਡੀਸ਼ਨ ਟਰੂ ਹੁੰਦੀ ਹੈ, ਕੰਟੀਨਿਊ ਦੀ ਟਰਨ ਆਉਂਦੀ ਹੈ, ਕੰਟੀਨਿਊ ਤੁਹਾਡੇ ਕੰਟਰੋਲ ਨੂੰ ਉੱਪਰ ਲੈ ਜੂ ਲੂਪ ਕੋਲ, ਮਤਲਬ ਨੈਕਸਟ ਇਟਰੇਸ਼ਨ ਸ਼ੁਰੂ ਕਰੂ। ਉਸ ਤੋਂ ਨੀਚੇ ਵਾਲੀਆਂ ਜਿਹੜੀਆਂ ਸਟੇਟਮੈਂਟਸ ਨੇ ਉਹਨਾਂ ਨੂੰ ਸਕਿਪ ਕਰ ਦੂ, ਛੱਡ ਦੂ, ਸਿਰਫ ਉਸ ਵਾਰ ਛੱਡੂਗਾ, ਬਾਕੀ ਲੂਪ ਫਿਰ ਤੁਹਾਡਾ ਨਾਰਮਲ ਲੂਪ ਜਿਹੜਾ ਹੈ ਉਹ ਇੱਦਾਂ ਹੀ ਚੱਲਦਾ ਰਹੂਗਾ। ਤਾਂ ਹੁਣ ਕੰਟੀਨਿਊ ਦੇ ਬਾਰੇ ਅਸੀਂ ਕੀ ਲਿਖਾਂਗੇ ਕਿ ਕੰਟੀਨਿਊ ਤੁਹਾਡਾ ਆਪਣੇ ਤੋਂ ਨੀਚੇ ਵਾਲੀਆਂ ਸਟੇਟਮੈਂਟਸ ਨੂੰ ਸਕਿਪ ਕਰ ਦਿੰਦਾ, ਛੱਡ ਦਿੰਦਾ, ਤੇ ਕੰਟਰੋਲ ਡਾਇਰੈਕਟ ਉੱਪਰ ਲੈ ਜਾਂਦਾ ਲੂਪ ਕੋਲ, ਮਤਲਬ ਨੈਕਸਟ ਜਿਹੜੀ ਇਟਰੇਸ਼ਨ ਹੈ ਉਹ ਸ਼ੁਰੂ ਕਰ ਦਿੰਦਾ ਤੁਹਾਡੇ ਲੂਪ ਦੀ। In case of nested loop, continue passes the control to the next iteration of the inner loop where it is present and not to any of the outer loop. ਜਿੱਦਾਂ nested loops ਦੇ ਵਿੱਚ loop within loop ਹੈ, ਉਦੋਂ ਇਹ inner loop ਦੀ ਜਿਹੜੀ iterations ਤੇ ਲੈ ਕੇ ਜਾਂਦਾ, ਨਾ ਕਿ ਤੁਹਾਡੇ outer loop ਤੇ। ਮਤਲਬ ਜੇ ਇਹ next iteration ਸ਼ੁਰੂ ਕਰ ਰਿਹਾ ਨੀਚੇ ਵਾਲੀਆਂ ਸਟੇਟਮੈਂਟਸ ਨੂੰ ਸਕਿਪ ਕਰਕੇ, ਤਾਂ ਉਹ ਸਿਰਫ inner loop ਦੀ ਕਰੂਗਾ, not outer loop। ਸਿੰਟੈਕਸ ਹੈ ਤੁਹਾਡਾ ਕੰਟੀਨਿਊ ਦਾ, ਤੁਸੀਂ ਸਮੋਲ ਲੈਟਰਸ ਦੇ ਵਿੱਚ ਲਿਖੋਗੇ ਕੰਟੀਨਿਊ, ਦੈਨ ਪਿੱਛੇ ਸੈਮੀਕੋਲਨ। ਵਰਕਿੰਗ ਚੈੱਕ ਕਰਦੇ, ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇਕਰ ਤੁਸੀਂ ਕੰਟੀਨਿਊ ਯੂਜ਼ ਕਰ ਰਹੇ ਹੋ, ਸਪੋਜ਼ ਕਰੋ ਇੱਥੇ ਤੁਹਾਡੇ ਕੁਛ ਸਟੇਟਮੈਂਟਸ ਨੇ ਜਿੱਥੇ ਵੀ ਕੰਟੀਨਿਊ ਦੀ ਟਰਨ ਆਉਂਦੀ, ਕੰਟੀਨਿਊ ਕੰਟਰੋਲ ਨੂੰ ਵਾਪਸ ਉੱਪਰ ਲੈ ਜਾਂਦਾ ਤੁਹਾਡੀ, ਜਿੱਥੇ ਆਪਾਂ ਕੰਡੀਸ਼ਨ ਚੈੱਕ ਕਰ ਰਹੇ ਹਾਂ, ਮੀਨਸ ਨੈਕਸਟ ਇਟਰੇਸ਼ਨ ਦੇ ਕੋਲ। ਇੱਕ ਵਾਰ ਉਹ ਲੂਪ ਨੂੰ ਸਕਿਪ ਕਰਦਾ, ਤਾਂ ਇਸੇ ਚੀਜ਼ ਨੂੰ ਅਸੀਂ ਫਲੋ ਡਾਇਗਰਾਮ ਦੇ ਨਾਲ ਵੀ ਚੈੱਕ ਕਰਦੇ ਹਾਂ ਅਤੇ ਅਲੱਗ-ਅਲੱਗ ਲੂਪਸ ਦੇ ਨਾਲ ਵੀ ਤੁਹਾਨੂੰ ਸ਼ੋ ਕੀਤਾ ਹੋਏਗਾ। ਡਾਇਗਰਾਮ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਪਹਿਲਾਂ ਹੁੰਦੀ ਤੁਹਾਡੀ ਲੂਪ ਦੀ ਕੰਡੀਸ਼ਨ, ਜੇਕਰ ਲੂਪ ਦੀ ਕੰਡੀਸ਼ਨ ਟਰੂ ਹੈ ਤਾਂ ਹੀ ਆਪਾਂ ਲੂਪ 'ਚ ਐਂਟਰ ਕਰਦੇ ਹਾਂ, ਜੇ ਫਾਲਸ ਹੈ ਤਾਂ ਅਸੀਂ ਲੂਪ ਦੇ ਵਿੱਚੋਂ ਹੀ ਬਾਹਰ ਚਲੇ ਜਾਂਦੇ ਹਾਂ, ਐਗਜ਼ਿਟ ਕਰਦੇ ਹਾਂ ਲੂਪ ਦੇ ਵਿੱਚੋਂ। ਨੈਕਸਟ ਕੰਡੀਸ਼ਨ ਚੈੱਕ ਕੀਤੀ ਸੀ, ਕੰਡੀਸ਼ਨ ਚੈੱਕ ਕਰਕੇ ਜੇਕਰ ਟਰੂ ਅਸੀਂ ਨੀਚੇ ਤੁਹਾਡਾ ਸਟੇਟਮੈਂਟ ਜੋ ਵੀ ਤੁਸੀਂ ਪ੍ਰਿੰਟ ਕਰਵਾ ਰਹੇ ਹੋ, ਬਟ ਜੇਕਰ ਕੋਈ ਕੰਟੀਨਿਊ ਦੀ ਟਰਨ ਆਉਂਦੀ ਹੈ, ਕੰਟੀਨਿਊ ਉੱਪਰ ਹੀ ਕੰਟਰੋਲ ਲੈ ਜੂ, ਯਾਨੀ ਕਿ ਉਸ ਸਮੇਂ ਉਹ ਜਿਹੜੀਆਂ ਨੀਚੇ ਵਾਲੀਆਂ ਸਟੇਟਮੈਂਟਸ ਹੈ ਉਹਨਾਂ ਨੂੰ ਐਗਜ਼ੀਕਿਊਟ ਨਹੀਂ ਹੋਣ ਦਿੰਦਾ, ਛੱਡ ਦਿੰਦਾ, ਆਪਣੇ ਤੋਂ ਨੀਚੇ ਵਾਲੀਆਂ ਸਟੇਟਮੈਂਟਸ ਨੂੰ ਉਹ ਛੱਡ ਦੂਗਾ, ਅਤੇ ਕੰਟਰੋਲ ਕਿੱਥੇ ਲੈ ਜਾਊਗਾ, ਵਾਪਸ ਉੱਪਰ। ਮੀਨਸ ਫਿਰ ਤੋਂ ਤੁਸੀਂ ਜਿਹੜਾ ਤੁਹਾਡਾ ਲੂਪ ਹੈ ਉਹ ਨੋਰਮਲ ਉੱਦਾਂ ਹੀ ਚੱਲਦਾ ਰਹੂਗਾ। ਤਾਂ ਕੰਟੀਨਿਊ ਨੂੰ ਯੂਜ਼ ਕੀਤਾ ਜਾਂਦਾ ਜਦੋਂ ਤੁਸੀਂ ਸਟੇਟਮੈਂਟਸ ਨੂੰ ਸਕਿਪ ਕਰਨਾ ਚਾਹੁੰਦੇ ਹੋ, ਕੁਛ ਸਟੇਟਮੈਂਟਸ ਨੂੰ, ਜਿੱਦਾਂ ਕਿ ਇਸ ਐਗਜ਼ਾਮਪਲ ਦੇ ਵਿੱਚ ਸ਼ੋਅ ਕੀਤਾ ਕਿ ਤੁਹਾਡਾ ਪ੍ਰੋਗਰਾਮ 1 ਤੋਂ 10 ਤੱਕ ਕਾਊਂਟਿੰਗ ਪ੍ਰਿੰਟ ਕਰਵਾ ਰਿਹਾ। ਤਾਂ ਤੁਸੀਂ ਪਹਿਲਾਂ ਵੀ ਚੈੱਕ ਕੀਤਾ ਨਾਰਮਲ ਲੂਪ ਜਿਹੜੇ 1 ਤੋਂ 10 ਤੱਕ ਕਿਵੇਂ ਪ੍ਰਿੰਟ ਕਰਵਾਉਣੇ ਆਪਾਂ, ਬਟ ਇੱਥੇ ਅਸੀਂ ਇੱਕ ਕੰਡੀਸ਼ਨ ਦਿੱਤੀ ਹੈ ਇਫ i = 5 ਕੰਟੀਨਿਊ, ਜਿੱਥੇ ਜਾ ਕੇ i ਦੀ ਵੈਲਿਊ 5 ਹੁੰਦੀ ਹੈ ਉੱਥੇ ਕੰਟੀਨਿਊ ਹੈ। ਮੀਨਸ ਜੇਕਰ ਅਸੀਂ ਇਫ ਵਾਲੀ ਕੰਡੀਸ਼ਨਸ ਦੇ ਦੋ ਸਟੇਟਮੈਂਟਸ ਇੱਕ ਵਾਰ ਛੱਡ ਵੀ ਦਿੱਗੇ ਸੀ, ਫਿਲਹਾਲ ਆਪਾਂ ਇਹਨਾਂ ਨੂੰ ਨਹੀਂ ਪੜ੍ਹਦੇ, ਤਾਂ ਇਹ ਕੀ ਕਰੂਗਾ 1 ਤੋਂ 10 ਸਾਰੀ ਕਾਊਂਟਿੰਗ ਪ੍ਰਿੰਟ ਕਰਵਾਊਗਾ, ਬਟ ਅਸੀਂ ਕਿਹਾ ਜਿੱਥੇ i ਦੀ ਵੈਲਿਊ 5 ਹੋ ਗਈ ਸਿਰਫ ਉੱਥੇ ਕੰਟੀਨਿਊ ਆ, ਦੈਟ ਮੀਨਸ ਉਹ ਡਾਇਰੈਕਟ ਉੱਪਰ ਲੈ ਜਾਊਗਾ ਲੂਪ ਦੇ, ਅਤੇ 6 ਤੋਂ ਅੱਗੇ ਗਿਣਤੀ ਸ਼ੁਰੂ ਕਰ ਦੂਗਾ। ਯਾਨੀ ਕਿ ਆਹ ਜਿਹੜੀ ਪ੍ਰਿੰਟਫ ਵਾਲੀ ਸਟੇਟਮੈਂਟ ਹੈ ਉਹ 5 ਦੇ ਕੇਸ ਦੇ ਵਿੱਚ ਚੱਲੂਗੀ ਨਹੀਂ, ਉਹਨੂੰ ਉਹ ਛੱਡ ਗਿਆ, ਕਿਉਂਕਿ ਆਪਣੇ ਨੀਚੇ ਵਾਲੀਆਂ ਸਟੇਟਮੈਂਟਸ ਨੂੰ ਅਸੀਂ ਕੀ ਪੜ੍ਹਿਆ ਸੀ, ਉਹ ਛੱਡ ਦਿੰਦਾ। ਅਤੇ ਜਿੱਥੇ i ਦੀ ਵੈਲਿਊ 5 ਉੱਥੇ ਕੰਟੀਨਿਊ ਦੀ ਟਰਨ ਆਊਗੀ,
ਤੇ ਕੰਟੀਨਿਊ ਨੇ ਆਹ ਵਾਲੀ ਜਿਹੜੀ ਸਟੇਟਮੈਂਟ ਹੈ ਪ੍ਰਿੰਟ ਉਹਨੂੰ ਪ੍ਰਿੰਟ ਨਹੀਂ ਹੋਣ ਦੇਣਾ, ਉੱਪਰ ਲੈ ਜਾਓ। ਫਿਰ 6 ਤੋਂ ਸ਼ੁਰੂ ਕਰੋ, ਫਿਰ ਨਾਰਮਲ ਤੁਹਾਡਾ ਜਿਹੜਾ ਫਲੋ ਹੈ ਚੱਲਦਾ ਰਹੂਗਾ। ਤਾਂ ਇਸ ਲਈ ਆਊਟਪੁੱਟ ਦੇ ਵਿੱਚ ਜੇ ਅਸੀਂ ਨੋਟ ਕਰੀਏ ਤਾਂ ਇੱਥੇ ਜਿਹੜਾ ਤੁਹਾਡਾ 5 ਨੰਬਰ ਉਹ ਪ੍ਰਿੰਟ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਜਿੱਥੇ ਕੰਟੀਨਿਊ ਆ ਗਿਆ, ਕੰਟੀਨਿਊ ਉੱਪਰ ਹੀ ਲੈ ਕੇ ਡਾਇਰੈਕਟ ਕੰਟਰੋਲ ਨੂੰ ਜਿਹੜੀ ਪ੍ਰਿੰਟਫ ਲਾਈਨਸ ਉਹ ਤਾਂ ਸਾਡੀ ਨੀਚੇ ਸੀ, ਇਸ ਕਰਕੇ ਉਹ ਐਗਜ਼ੀਕਿਊਟ ਨਹੀਂ ਹੋ ਪਾਈ, ਤਾਂ 5 ਸਾਡਾ ਰਹਿ ਗਿਆ। ਉਸ ਤੋਂ ਬਾਅਦ 6 7 8 9 10 ਦੀ ਜਿਹੜੀ ਹੈਗੀ ਕਾਊਂਟਿੰਗ ਉਹ ਪ੍ਰੋਪਰ ਤੁਹਾਡੀ ਐਗਜ਼ੀਕਿਊਟ ਹੁੰਦੀ ਰਹੂਗੀ। ਤੇ ਇੱਥੇ ਇੱਕ ਚੀਜ਼ ਜਿਹੜੀ ਹੁਣ ਅਸੀਂ ਪ੍ਰੋਪਰ ਕਲੀਅਰ ਕਰ ਲਈਏ ਕਿ ਜੇਕਰ ਇੱਥੇ ਬ੍ਰੇਕ ਹੁੰਦਾ ਤਾਂ ਕੀ ਹੋਣਾ ਸੀ? 1 2 3 4 ਬਸ ਖਤਮ। 6 7 8 9 ਉਹਨੇ 10 ਚੈੱਕ ਨਹੀਂ ਸੀ ਕਰਨੀ, ਜਿੱਥੇ 5 ਉੱਥੇ ਬ੍ਰੇਕ, ਉੱਥੇ ਉਹ ਲੂਪ 'ਚੋਂ ਬਾਹਰ। ਤੇ ਆਹ ਵਾਲਾ ਮੈਸੇਜ ਆਊਟਸਾਈਡ ਆਫ ਲੂਪ ਪ੍ਰਿੰਟ ਕਰਨ ਤੋਂ ਬਾਅਦ ਉਹ ਖਤਮ ਕਰ ਦਿੰਦਾ। ਬਟ ਕੰਟੀਨਿਊ ਦੇ ਕੇਸ ਵਿੱਚ ਅਸੀਂ ਕੀ ਦੇਖਦੇ ਹੈਗੇ ਕਿ ਕੰਟੀਨਿਊ ਸਿਰਫ ਇੱਕ ਵਾਰ ਆਪਦੇ ਤੋਂ ਨੀਚੇ ਵਾਲੀਆਂ ਲਾਈਨਸ ਨੂੰ ਸਕਿਪ ਕਰਦਾ, ਬਟ ਬਾਕੀ ਲੂਪ ਨੂੰ ਫਿਰ ਉੱਦਾਂ ਹੀ ਚਲਾਉਂਦਾ ਰਹਿੰਦਾ ਹੈਗਾ। ਨੈਕਸਟ ਇੱਕ ਤੁਸੀਂ ਕਰਕੇ ਦੇਖੋਗੇ ਨੈਸਟਡ ਲੂਪ ਦੇ ਵਿੱਚ ਕੰਟੀਨਿਊ ਦਾ ਯੂਜ਼, ਜਿਹਨੂੰ ਕਿ ਤੁਸੀਂ ਐਗਜ਼ੀਕਿਊਟ ਕਰਕੇ ਦੇਖਣਾ ਗਾ ਕਿ ਕੀ ਜਿਹੜਾ ਇਹ ਹੈ ਇਹ ਡਾਇਰੈਕਟ ਦੋਨੋਂ ਲੂਪਸ ਤੋਂ ਜੰਪ ਕਰੂਗਾ ਜਾਂ ਸਿਰਫ ਇੱਕ ਵਾਰ ਕਾਊਂਟਿੰਗ ਛੱਡ ਕੇ, ਜਿੱਥੇ ਆਪਾਂ ਕਹਿ ਰਹੇ ਹਾਂ ਜੇ = 2 ਹੈ, ਸਿਰਫ ਉਹਨੂੰ ਹੀ ਛੱਡ ਕੇ ਫਿਰ 3 4 5 6 ਇੱਦਾਂ ਜਿਹੜਾ ਹੈ ਕੰਟੀਨਿਊ ਕਰਦਾ ਰਹੂਗਾ। ਤਾਂ ਇਹ ਹੈ ਤੁਹਾਡਾ ਵਰਕ ਕਿ ਤੁਸੀਂ ਨੈਸਟਡ ਲੂਪ ਦੇ ਵਿੱਚ ਇਸ ਨੂੰ ਐਗਜ਼ੀਕਿਊਟ ਕਰਕੇ ਇਸ ਦੀ ਆਊਟਪੁੱਟ ਚੈੱਕ ਕਰਨ ਦੀ ਕੋਸ਼ਿਸ਼ ਕਰਨੀ ਹੈ। ਥੈਂਕ ਯੂ।